हेलो एवरीवन, पार्ट टू भी करना था। वेलकम बैक। पार्ट वन अगर बढ़िया लगा तभी आप पार्ट टू पे आए। डू कमेंट जरूर छोड़ना कि कहाँ पे क्या चीज़ आपको पसंद आई, क्या चीज़ नहीं पसंद आई, किन चीज़ों पे थोड़ा बहुत काम हो सकता था। पार्ट वन बहुत सीरियस हो गया, थोड़ा सा लाइट रख लेते हैं मामला। बाकी मैं एक कहानी सुनाता हूँ आपको। तो करीबन करीबन 3 से 4 महीने पहले की बात है। मैं एक बार एक लड़की से मिला, गोरी थी। मैंने बहुत ईजिली उसको अप्रोच किया, बहुत ईजिली उससे हाय हेलो, बातें नॉर्मली हो गई, सब कुछ बढ़िया। पर फिर मैं एक दिन मेरे दिमाग में आया कि मैं यार किसी इंडियन लड़की से कैसे बात करता, मैं यार नहीं कर पाता। क्या क्या चीज़ें मेरे दिमाग में चलती, मे बी वो बातें चलती जो मैं अगर इंडिया में जो रही हमारे सोसाइटी में, कि ऐसा हो जाता वैसा हो जाता। आपको क्या लगता है कि ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਦੱਸੀ ਸੀ ਵੀ ਸਭ ਤੋਂ ਪਹਿਲਾਂ ਆਪਣਾ ਆਪਾਂ ਉੱਥੇ ਹੀ ਜਾ ਕੇ ਖੜ ਜਾਂਦੇ ਆ ਜਿੱਥੋਂ ਆਪਾਂ ਉੱਠ ਕੇ ਆਏ ਆ जी ਰਾਈਟ। जी जी ਜਿੱਦਾਂ ਦੀ ਆਪਣੀ ਸ਼ੁਰੂ ਤੋਂ ਜਿੱਦਾਂ ਦੀ ਆਪਣੀ ਗਰੋਇੰਗ ਪੀਰੀਅਡ ਰਿਹਾ, ਜਿੱਦਾਂ ਦੀ ਆਪਾਂ ਨੂੰ ਜੋ ਕੁਝ ਆਪਾਂ ਨੂੰ ਸਿੱਖਦੇ ਰਹੇ ਆ, ਜੋ ਸਿਖਾਉਂਦੇ ਰਹੇ ਨੇ, ਜੋ ਆਪਾਂ ਨੂੰ ਪੜ੍ਹਾਇਆ ਕਾਈਂਡ ਆਫ, ਉਹ ਆਪਣੇ ਆਲ ਦਾ ਟਾਈਮ ਆਲ ਦਾ ਲਾਈਫ ਆਪਣੇ ਮਾਈਂਡ ਦੇ ਵਿੱਚ ਸੈੱਟ ਰਹੂਗਾ। ਜਿੱਦਾਂ ਹੁਣ ਤੁਸੀਂ ਗੋਰੀ ਦੀ ਗੱਲ ਕੀਤੀ, ਠੀਕ ਹੈ, ਮੈਨੂੰ ਗੱਲ ਬਹੁਤ ਵਧੀਆ ਲੱਗੀ। हाँ नहीं सीरियसली मैं सोचा भी। ਜਿੱਦਾਂ ਮੈਂ ਵੀ ਹੁਣ ਵਿੰਗਮ ਚ ਰਹਿੰਦੀ, ਉੱਥੇ ਸਾਰੇ ਗੋਰੇ ਆ, ਉਹਨਾਂ ਦਾ ਸਰਕਲ ਵੀ ਮੈਂ ਇਦਾਂ ਦੇਖਦੀ ਆ, ਉਹ ਬਹੁਤ ਫਰੈਂਕਲੀ ਦੱਸ ਦਿੰਦੇ ਨੇ ਦੈਟ ਦੇ ਆਰ ਹੈਵਿੰਗ ਅ ਬॉयਫ੍ਰੈਂਡ 1 2 देयर ਵਾਈ ਦੇ ਲਾਈਕ ਉਹਨਾਂ ਦਾ ਰਿਲੇਸ਼ਨਸ਼ਿਪ ਕਿਉਂ ਟੁੱਟਿਆ, बहुत ही frankly। ਬਹੁਤ ਫਰੈਂਕਲੀ ਉਹਨਾਂ ਲਈ ਇਹ ਚੀਜ਼ਾਂ ਬਹੁਤ ਨਾਰਮਲ ਨੇ ਐਜ਼ ਕੰਪੇਅਰ ਟੂ ਆਰ ਸੋਸਾਇਟੀ। जी 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 ਠੀਕ ਹੈ, ਆਪਾਂ ਕਿਉਂ ਇਹ ਚੀਜ਼ ਆਪਾਂ ਸ਼ੁਰੂ ਤੋਂ ਦੇਖੀ ਆ, ਹਨਾ। ਮੁੰਡਾ ਤੁਸੀਂ ਕਹਿੰਦੇ ਆ ਵੀ ਕੀ ਡਿਫਰੈਂਸ ਹੈ, ਤੁਸੀਂ ਇਹ ਜਾਣਨਾ ਚਾਹੁੰਦੇ ਹੋ ਵੀ ਕਿਉਂ ਇੱਕ ਐਜ਼ ਕੰਪੇਅਰ ਟੂ ਇੰਡੀਅਨ ਤੇ ਐਜ਼ ਕੰਪੇਅਰ ਟੂ ਕੈਨੇਡੀਅਨ ਜਾਂ ਜੋ ਵੀ ਆਪਾਂ ਬੋਲੀਏ, ਠੀਕ ਹੈ, ਇੰਗਲਿਸ਼ ਪੀਪਲ, ਕੀ ਫਰਕ ਆ ਆਪਣੀ ਸੋਚ ਦਾ, ਆਪਣੀ ਗਰੋਥ ਦਾ, ਆਪਣੀ ਲੋਕੈਲਿਟੀ ਦਾ, ਆਪਣੀ ਕਮਿਊਨਿਟੀ ਦਾ, ਆਪਣੀ ਰੇਸਿਜ਼ਮ ਦਾ, ਆਪਣੇ ਰਿਲੀਜਨ ਦਾ। जी जी ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ, ਠੀਕ ਹੈ। ਆਪਾਂ ਨੂੰ ਆਪਾਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਇੱਕ ਗੋਰੀ ਹੈ ਤੇ ਇੱਕ ਆਪਣੀ ਪੰਜਾਬੀ ਕੁੜੀ ਮੰਨ ਲਓ, ਠੀਕ ਹੈ, ਚਲੋ ਤੁਹਾਡੀ ਉੱਤਰਾਖੰਡ ਵਾਲੀ ਮੰਨ ਲਓ, ऑब्वियसली। ਠੀਕ ਹੈ, ਜੋ ਵੀ ਆ ਉਹਨੂੰ ਮੰਨ ਲਓ ਤੁਸੀਂ। ਤੁਹਾਨੂੰ ਪਤਾ ਵੀ ਗੋਰੀ ਨੂੰ ਤੁਸੀਂ ਹੈਲੋ ਹਾਏ ਕੁਝ ਵੀ ਕਹੋਗੇ, ਉਹਨੇ ਤੁਹਾਨੂੰ ਰਿਪਲਾਈ ਜ਼ਰੂਰ ਕਰਨਾ, पॉजिटिवली, चाहे हाँ हो या ना हो, हाय ਜ਼ਰੂਰ ਬੋਲਣਾ ਉਹਨਾਂ ਨੇ। ਤੇ ਦੂਜੀ ਕੁੜੀ ਦੇ ਤੁਸੀਂ ਰਿਐਕਸ਼ਨਸ ਦੇਖੋਗੇ, ਉਹਦੀਆਂ ਲੁੱਕਸ ਦੇਖੋਗੇ, ਤੇ ਤੁਸੀਂ ਉਹਦਾ ਐਟੀਟਿਊਡ ਦੇਖੋਗੇ ਕਿ ਕੁੜੀ ਕਿਸ ਵੇ ਨਾਲ ਤੁਹਾਨੂੰ ਦੇਖ ਰਹੀ ਆ, ਉਹਦੀਆਂ ਲੁੱਕਸ ਕਿੱਦਾਂ ਦੀਆਂ ਨੇ, ਉਹ ਤੁਹਾਨੂੰ ਰਿਐਕਸ਼ਨ ਦੇ ਰਹੀ ਆ, ਰਾਈਟ। ਫਿਰ ਤੁਸੀਂ ਇਹਨਾਂ ਕੁਝ ਸੋਚ ਕੇ ਤੁਸੀਂ ਉਹਨੂੰ ਹੈਲੋ ਕਹੋਗੇ, ਤੁਹਾਡੇ ਮਾਈਂਡ ਦੇ ਵਿੱਚ ਉਹ ਸਾਰੀਆਂ ਗੱਲਾਂ ਆਉਣਗੀਆਂ ਵੀ ਕੁੜੀ ਆਕੜ ਵਾਲੀ ਲੱਗਦੀ ਆ, ਕੁੜੀ ਭੋਲੀ ਜੀ ਲੱਗਦੀ ਆ, ਕੁੜੀ ਨਰਮ ਜੀ ਲੱਗਦੀ ਆ, ਬੋਲ ਸਕਦਾ ਕਿ नहीं। हाँ ये भी कि हम रिप्लाई भी, इसमें लड़कों की भी गलती है कि किस तरीके से लड़के अप्रोच करते हैं। यहाँ के जो फॉर एग्जांपल जो कनेडियंस हैं, जो गोरे हैं, वो जब अप्रोच भी करते होंगे तो बहुत ही नॉर्मली अप्रोच करते होंगे कि हाय हेलो कैसे हो, नॉर्मल हाउ आर यू। बट जो हमारे यहाँ, जो हम जैसे हैं, हमारे कहने में भी थोड़ी चेंज आता होगा, हमारे बर्ताव स्पीकिंग में भी थोड़ा चेंज आता होगा, कोई गलत तरीके से भी बोलता होगा, तो वो सारी चीज़ें भी मैटर करती है। ਇਹ ਚੀਜ਼ ਮੈਟਰ ਕਰਦੀ ਹੈ। ਦਿਗੰਬਰ ਆਪਾਂ ਨੂੰ ਪਤਾ ਹੁੰਦਾ, ਆਪਣੀ ਕਮਿਊਨਿਟੀ ਆਪਾਂ ਨੂੰ ਪਤਾ ਵੀ ਆਪਾਂ ਕਿਸ ਵੇ ਨਾਲ, ਕਿਹੜੀ ਟੋਨ ਨਾਲ ਕਿਹਾ। ਦੂਜੇ ਉਹ ਨੇ ਗੋਰੇ ਨੇ, ਉਹਨਾਂ ਨੂੰ ਨਹੀਂ ਪਤਾ ਵੀ ਆਪਾਂ ਉਹਨਾਂ ਨੂੰ ਹੈਲੋ ਕਿਹੜੇ ਵੇ ਨਾਲ ਕਿਹਾ, ਠੀਕ ਹੈ। ਇੱਕ ਆਪਾਂ ਹੁੰਦਾ ਨਾਰਮਲ, ਜਿੱਦਾਂ ਉਹ ਲੋਕ ਨੇ, ਉਹ ਆਪਾਂ ਕੋਈ ਵੀ ਰਸਤੇ 'ਚੋਂ ਵੀ ਜਾਂਦਾ, ਉਹਨਾਂ ਨੇ ਹੈਲੋ ਹਾਈ ਕਹੇ ਬਿਨਾਂ ਨਹੀਂ ਨਿਕਲਣਾ, ਚਾਹੇ ਉਹਨਾਂ ਲਈ ਕੋਈ ਸਟ੍ਰੇਂਜਰ ਆ, ਚਾਹੇ ਹੋਰ ਕਮਿਊਨਿਟੀ ਦਾ, ਚਾਹੇ ਉਹਨਾਂ ਦੀ ਆਪਣੀ ਕਮਿਊਨਿਟੀ ਦਾ, ਉਹਨਾਂ ਨੇ ਜ਼ਰੂਰ ਵਿਸ਼ ਕਰਨੀ ਆ। ਇਹ ਚੀਜ਼ ਮੈਂ ਦੇਖ ਰਹੀ ਹਾਂ, ਹੈ ਨਾ, ਜਦੋਂ ਤੋਂ ਮੈਂ ਵਿੰਗਮ ਦੇ ਵਿੱਚ ਮੂਵ ਹੋਈ ਹਾਂ, ਰਾਈਟ। ਅਤੇ ਜੇ ਇਹੀ ਚੀਜ਼ ਆਪਾਂ ਆਪਣੇ ਏਰੀਏ ਦੇ ਵਿੱਚ ਬੋਲਾਂਗੇ, ਆਪਣੀ ਕਮਿਊਨਿਟੀ ਨੂੰ ਲੈ ਕੇ ਬੋਲਾਂਗੇ, ਤਾਂ ਆਪਾਂ ਦੇਖਾਂਗੇ ਵੀ ਆਪਣੀ ਏਜ ਕਿਹੜੀ ਆ, ਰਾਈਟ, ਵੀ ਅਤੇ ਆਪਣਾ ਜੈਂਡਰ ਕਿਹੜਾ ਹੈ, ਠੀਕ ਹੈ, ਤੇ ਵੀ ਆਪਾਂ ਕਿਸ ਵੇ ਨਾਲ ਉਹਨਾਂ ਨੂੰ ਕਿਹਾ, ਉਹ ਚੀਜ਼ ਆਪਾਂ ਨੂੰ ਨੋਰਮਲੀ ਪਤਾ ਹੋਊਗਾ ਵੀ ਆਪਾਂ ਨੂੰ ਉਹ ਕਿਹੜੀ ਟੋਨ ਦੇ ਵਿੱਚ ਗੱਲ ਕਰਦਾ ਪਿਆ। ਮੁੰਡੇ ਨੇ ਆਪਾਂ ਨੂੰ ਬੁਲਾਇਆ, ਇੱਕ ਤਾਂ ਹੁੰਦਾ ਹੈਲੋ ਸੇ ਹੈਲੋ ਦੈਟਸ ਓਕੇ, ਇੱਕ ਹੁੰਦਾ ਵੀ ਹੈਲੋ, ਉਹ ਚੀਜ਼ ਮੈਟਰ ਕਰਦੀ ਹੈ। ਆਪਾਂ ਨੂੰ ਪਤਾ ਵੀ ਆਪਣੀ ਕਮਿਊਨਿਟੀ ਵਾਲੀ ਕੁੜੀ ਨੂੰ ਪਤਾ ਲੱਗ ਜਾਣਾ ਹੈ, ਸੋ ਆਪਾਂ ਸੋਚ ਕੇ ਬੋਲਾਂਗੇ। सो और बट अगर जैसे इन फ्यूचर भी कोई अगर दूसरा मिलता है, कोई लड़का, अगर वो नॉर्मली भी हाय या हेलो करे, उसका भी रिस्पॉन्स फिर लड़की के अंदर ही इतनी सारी चीज़ें हो रखी होती हैं पास्ट में कि उसका पॉजिटिव रिस्पॉन्स निकलना ही नहीं है। ਨਿਕਲ ਉਹਨਾਂ ਨੂੰ ਇੱਕ ਚੀਜ਼ ਇਹ ਵੀ ਹੁੰਦੀ ਆ, ਸ਼ੁਰੂ ਤੋਂ ਆਪਾਂ ਨੂੰ ਇਹੀ ਪੜ੍ਹਾ ਕੇ ਭੇਜਿਆ ਹੁੰਦਾ ਵੀ ਮੁੰਡੇ, ਇੱਕ ਚੀਜ਼ ਤੁਸੀਂ ਸੁਣੀ, ਮੁੰਡੇ ਕਦੇ ਫਰੈਂਡ ਨਹੀਂ ਹੋ ਸਕਦੇ। ਇਹ ਚੀਜ਼ ਨੋਰਮਲ ਸਾਡੀ ਕਮਿਊਨਿਟੀ ਦੇ ਵਿੱਚ ਪੰਜਾਬੀ 'ਚ ਕਹਿੰਦੇ ਰਹਿੰਦੇ ਨੇ, ਮੁੰਡੇ ਕਦੇ ਫਰੈਂਡ ਨਹੀਂ ਹੋ ਸਕਦੇ, ਬਟ ਇਹ ਚੇਂਜ ਹੁੰਦਾ ਪਿਆ, ਇਹ ਚੀਜ਼ਾਂ ਹੁੰਦੇ ਆ, ਫਰੈਂਡਸ ਹੁੰਦੇ ਆ, ਹਰ ਇੱਕ ਚੀਜ਼ ਮੈਟਰ ਕਰਦੀ ਹੈ, ਠੀਕ ਹੈ। ਹਰ ਇੱਕ
ਰਿਲੇਸ਼ਨ ਦਾ ਇੱਕ ਡਿਫਰੈਂਟ ਆ, ਠੀਕ ਹੈ। ਹਰ ਇੱਕ ਦੀ ਆਪਣੀ ਅਹਿਮੀਅਤ ਆ, ਇੱਕ ਭੈਣ ਭਰਾ ਹੈ, ਇੱਕ ਫਰੈਂਡ ਆ, ਇੱਕ ਬॉयਫ੍ਰੈਂਡ ਆ, ਇੱਕ ਹਸਬੈਂਡ ਆ, ਹਰ ਇੱਕ ਚੀਜ਼ ਡਿਫਰੈਂਟ ਆ। ਪਰ ਜਦੋਂ ਇੱਕ ਕੁੜੀ ਨੂੰ ਆਪਾਂ ਦੇਖਦੇ ਹਾਂ, ਹੈ ਨਾ, ਸ਼ੁਰੂ ਦੇ ਵਿੱਚ ਕਮਿਊਨਿਟੀ ਦੇ ਵਿੱਚ ਜਿੱਥੋਂ ਆਪਾਂ ਨਿਕਲ ਕੇ ਆਏ ਉੱਥੇ ਆਪਾਂ ਨੂੰ ਇਹ ਚੀਜ਼ ਸਿਖਾਉਂਦੇ ਆ ਵੀ ਨਹੀਂ ਕੁੜੀਓ ਤੁਸੀਂ ਮੁੰਡਿਆਂ ਨੂੰ ਨਹੀਂ ਬੁਲਾਉਣਾ ਹੈਗਾ, ਠੀਕ ਹੈ। ਉਹ ਤੁਹਾਡਾ ਗਲਤ ਫਾਇਦਾ ਚੱਕਣਗੇ। ਫਿਰ ਉਹ ਚੀਜ਼ ਉਹਨਾਂ ਦੇ ਮਾਇੰਡ ਦੇ ਵਿੱਚ ਜਦੋਂ ਸ਼ੁਰੂ ਤੋਂ ਹੀ ਪਾਈ ਜਾਂਦੀ ਆ, ਉਹੀ ਚੀਜ਼ ਆਪਾਂ ਉਹਨਾਂ ਨੂੰ ਬਿਠਾਉਂਦੇ ਰਹਿੰਦੇ। ਇੱਕ ਬੱਚੇ ਤੋਂ ਸ਼ੁਰੂ ਤੋਂ ਬਚਪਨ ਤੋਂ ਲੱਗ ਜਾਂਦੇ ਨੇ ਆਪਣੇ ਤਾਂ ਸਮਝਾਉਣ ਵੀ ਤੁਸੀਂ ਮੁੰਡਿਆਂ ਨਾਲ ਉਸ ਲੈਵਲ ਤੱਕ ਜਾਣਾ ਹੈ ਵੀ ਜਿੱਥੇ ਤੱਕ ਇੱਕ ਲਿਮਿਟਸ ਨਹੀਂ ਕ੍ਰਾਸ ਕਰਨੀਆਂ, ਰਾਈਟ। ਉਹ ਚੀਜ਼ ਜਦੋਂ ਸਿਖਾਉਂਦੇ ਜਾਂਦੇ ਆ ਫਿਰ ਉਹ ਖੁਦ ਹੀ ਆਟੋਮੈਟਿਕਲੀ ਉਹਦੇ ਮਾਈਂਡ ਦੇ ਵਿੱਚ ਚੱਲ ਜਾਂਦੀ ਹੈ ਵੀ ਮੁੰਡੇ ਨੇ ਮੈਨੂੰ ਬੁਲਾ ਤਾਂ ਲਿਆ, ਪਤਾ ਨਹੀਂ ਮੇਰਾ ਫਾਇਦਾ ਨਾ ਚੱਕ ਲੇ, ਰਾਈਟ। ਉਹ ਚੀਜ਼ ਨੂੰ ਸੋਚ ਕੇ ਉਹ ਨਹੀਂ ਬੋਲਦੀ ਹੈਗੀ, ਉਸ ਤਰ੍ਹਾਂ ਦਾ ਉਹ ਰਿਐਕਟ ਕਰਦੀ ਆ। बिल्कुल सही बात है, बिल्कुल। बिकॉज मैं क्योंकि एक दो बार मैंने देखा भी है कि एक इंडियन लड़का था, इंडियन लड़की थी, मोस्टली यहीं पे ब्रैम्पटन की बात है। मैं जिस हिसाब से उसको अप्रोच करते हुए देखा कि वो चल रही थी नॉर्मल, वो गाड़ी से अप्रोच कर रहा था, वही तरीका जो इंडिया में तरीके से हम करते हैं। ये तो अपने ब्रैम्पटन नॉर्मल है, ब्रैम्पटन में बहुत नॉर्मल बहुत नॉर्मल है जी। तो वही मैं देख रहा था कि कितना डिफरेंस है हमारे अप्रोच करने में भी, कि हम अप्रोच कर रहे हैं किसी लड़की को एज अ फ्रेंड बनाने के लिए या गर्लफ्रेंड बनाने के लिए भी, बट जिस वे में गोरे कर रहे हैं, तो ये सारी बिगिनिंग जो एजुकेशन से है, हमारे रहन सहन में, हमारी कम्युनिटी में जिस हिसाब से हमने पाला है, कितने रोल हैं वो एंड में जाके जुड़ते हैं। बिल्कुल ਉਹ ਚੀਜ਼ ਉਹਨਾਂ ਦੇ ਇੱਕ ਮੁੰਡਿਆਂ ਨੂੰ ਲੈ ਕੇ ਚੱਲੀ, ਉਹਨਾਂ ਦੇ ਮਾਈਂਡ 'ਚ ਉਹ ਚੀਜ਼ ਨਹੀਂ ਨਿਕਲਦੀ ਵੀ ਜਿੱਦਾਂ ਉਹ ਇੰਡੀਆ ਦੇ ਵਿੱਚ ਰਹਿ ਕੇ ਆਏ ਨੇ, ਇੰਡੀਆ ਦੇ ਵਿੱਚ ਕੁੜੀਆਂ ਤੇ ਰੈਸਟ੍ਰਿਕਸ਼ਨਸ ਹੁੰਦੀਆਂ ਨੇ, ਜਿਹੜੀ ਚੀਜ਼ ਤੋਂ ਆਪਾਂ ਨੂੰ ਪੇਰੈਂਟਸ ਰੋਕਦੇ ਆਪਾਂ ਉਸ ਵੱਲ ਜਾਂਦੇ ਆ, ਰਾਈਟ। ਜਿੱਦਾਂ ਉਹ ਪੇਰੈਂਟਸ ਰੋਕਦੇ ਗਏ, ਮੁੰਡਿਆਂ ਨੂੰ ਵੀ ਰੋਕਦੇ, ਨੋ ਡਾਊਟ ਗਲੀਆਂ ਕੁੜੀਆਂ ਨੂੰ ਕਹਿੰਦੇ, ਮੁੰਡਿਆਂ ਨੂੰ ਵੀ ਕਹਿੰਦੇ ਵੀ ਐਵੇਂ ਕੋਈ ਬਦਨਾਮੀ ਨਾ ਘੱਟ ਦਿਓ ਸਾਡੇ ਵਾਸਤੇ, ਠੀਕ ਹੈ। ਇਹ ਚੀਜ਼ ਮੁੰਡਿਆਂ ਨੂੰ ਵੀ ਕਹਿੰਦੇ ਆ ਪੇਰੈਂਟਸ, ਕਲੀਆਂ ਕੁੜੀਆਂ ਨੂੰ ਨਹੀਂ ਕਹਿੰਦੇ। ਫਿਰ ਪਰ ਕੀ ਹੁੰਦਾ, ਪੇਰੈਂਟਸ ਤਾਂ ਪਿੱਛੇ ਨਹੀਂ ਹੁੰਦੇ ਹਰ ਜਗ੍ਹਾ ਤੇ, ਮੁੰਡੇ ਉੱਥੇ ਵੀ ਕੁੜੀਆਂ ਨੂੰ ਅਪਰੋਚ ਕਰਦੇ ਆ, ਉਹਨਾਂ ਨੂੰ ਪਤਾ ਹੁੰਦਾ ਉਹੀ ਸੇਮ ਵੀ ਇੱਥੇ ਹੁੰਦਾ ਵੀ ਕੁੜੀਆਂ ਵੀ ਉਹੀ ਨੇ ਤੇ ਮੁੰਡੇ ਵੀ ਉਹੀ ਨੇ, ਉਹ ਬਸ ਜਗ੍ਹਾ ਬਦਲ ਗਈ, ਠੀਕ ਹੈ, ਰਾਈਟ। ਉਹ ਇੱਕ ਜਗ੍ਹਾ ਛੱਡ ਕੇ ਆ ਗਏ, ਇਹ ਬੰਦੇ ਤਾਂ ਉਹੀ ਨੇ, ਸਿੱਖਿਆ ਵੀ ਉਹੀ ਆ, ਤਾਂ ਹੀ ਕਰਕੇ ਉਹਨਾਂ ਦਾ ਜਿਹੜਾ ਮੋਟਿਵ ਹੈ ਜਾਂ ਜੋ ਵੀ ਉਹਨਾਂ ਦੇ ਵਿੱਚ ਚੇਂਜ ਨਹੀਂ ਆਈ ਹੈਗੀ, ਅਪਰੋਚ ਕਰਨ ਦਾ ਵੇ ਨਹੀਂ ਡਿਫਰੈਂਟ ਹੈ, ਬਿਲਕੁਲ ਨਹੀਂ ਡਿਫਰੈਂਟ ਹੋਇਆ, ਉਹ ਸੇਮ ਹੀ ਰਿਹਾ क्योंकि सीखा वही है, सीखा ही वही। हाँ, बिकॉज इवन अगर जैसे कोई नॉर्मल गोरा भी होगा, चाहे वो कनाडा में हो, चाहे किसी भी देश में हो, बाहर कंट्रीज़ में, तो अगर उसने किसी लड़की को हाय भी बोलना है, हेलो ही बोलना है, उसका इम्प्लाई ये नहीं है कि हाँ इसने इसको गर्लफ्रेंड ही बनाना है या इसने इसको बॉयफ्रेंड ही बनाना है, बिल्कुल। बट लेकिन जब अगर कोई इंडियन लड़का हो तो उसमें चांसेस ज़्यादा बढ़ जाते हैं लड़की को सोचने का कि इसने मेरे से हाय इसलिए ही बोला कि इसने मेरे को गर्लफ्रेंड बनाना, मेरे को ये पसंद नहीं आ रहा है। ऐसा ਕੀ ਹੈ ਦਿਗੰਬਰ, ਦੇਖੋ ਜਦੋਂ ਆਪਾਂ ਇੰਡੀਆ ਦੇ ਵਿੱਚੋਂ ਜਿੱਥੋਂ ਆਏ ਆ, ਚਲੋ ਤੁਸੀਂ ਉੱਤਰਾਖੰਡ ਤੋਂ ਆਏ ਹੋ, ਮੈਂ ਪੰਜਾਬ ਤੋਂ ਆਈ ਹਾਂ, ਆਪਣਾ ਜਿਹੜੀ ਸੁਸਾਇਟੀ ਕਲਚਰ ਕਹਿ ਦਿੰਦੇ ਆਪਾਂ ਇਹਨੂੰ, ਆਪਾਂ ਕਲਚਰ ਲੈ ਕੇ ਚੱਲਦੇ ਹਾਂ ਆਪਣਾ, ਹੈ ਨਾ। ਕਲਚਰ ਦੇ ਵਿੱਚ ਕੀ ਆ ਵੀ ਆਪਣੇ ਕੁੜੀਆਂ ਦੇ ਜੀ ਮੁੰਡਿਆਂ ਨਾਲ ਕੋਈ ਰਿਸ਼ਤੇ ਨਹੀਂ ਹੁੰਦੇ, ਠੀਕ ਹੈ, ਜਾਂ ਤਾਂ ਭਾਈ ਹੁੰਦੇ ਨੇ ਜਾਂ ਫਿਰ ਘਰ ਵਾਲੇ ਹੁੰਦੇ ਨੇ, ਘਰ ਵਾਲੇ ਹੁੰਦੇ ਨੇ, ਹਾਂਜੀ। ਉਹ ਦੋ ਚੀਜ਼ਾਂ ਆ ਜਾਂਦੀਆਂ ਨੇ, ਸਿਰਫ ਦੋ ਰਿਸ਼ਤੇ ਨੇ ਕੁੜੀਆਂ ਦੇ ਮੁੰਡਿਆਂ ਨਾਲ, ਰਾਈਟ। ਬਟ ਇਹਨਾਂ ਦੀ ਲੋਕੈਲਿਟੀ ਕੀ ਹੈ, ਜਿੱਥੋਂ ਇਹ ਗਰੋ ਕਰਦੇ ਨੇ, ਗੋਰੇ ਨੇ, ਇਹਨਾਂ ਦਾ ਕੀ ਹੈ ਸਰਕਲ, ਇਹਨਾਂ ਸਭ ਤੋਂ ਵੱਡੀ ਇੰਪੋਰਟੈਂਸ ਕਿਹਨੂੰ ਦਿੰਦੇ ਨੇ, ਫਰੈਂਡ ਸਰਕਲ ਆ ਜਾਂਦਾ, ਨੋ ਮੈਟਰ ਕੁੜੀ ਦਾ ਏ ਮੁੰਡੇ ਦਾ ਏ, ਉਹ ਚੀਜ਼ ਬਹੁਤ ਮੈਟਰ ਕਰਦੀ ਆ। ਜੋ ਆਪਾਂ ਸਿੱਖਿਆ ਤੇ ਜੋ ਇਹਨਾਂ ਨੇ ਸਿੱਖਿਆ, ਉਹਨਾਂ ਲਈ ਮੁੰਡੇ ਕੁੜੀ ਨੂੰ ਬੁਲਾਉਣਾ ਇੱਕ ਕਲਚਰ ਆ, ਉਹਨਾਂ ਦੇ ਨੋਰਮਲ ਹੈ, ਫਰੈਂਡਸ ਨੇ, ਇੱਕ ਕਾਈਂਡ ਆਫ ਇੱਕ ਮੈਂਟਲ ਰਿਲੇਸ਼ਨਸ਼ਿਪ ਨੇ ਉਹਨਾਂ ਦੇ, ਨੋ ਮੈਟਰ ਜੈਂਡਰ ਨੂੰ ਨਹੀਂ ਉਹ ਇਨਕਲੂਡ ਕਰ ਰਹੇ, ਬਟ ਆਪਣੇ ਕੀ ਨੇ ਜੈਂਡਰ ਨੂੰ ਇਨਕਲੂਡ ਕਰਦੇ ਨੇ ਵੀ ਕੌਣ ਕਿਹਦਾ ਫਰੈਂਡ ਹੋ ਸਕਦਾ, ਕੁੜੀ ਕੁੜੀ ਦੀ ਫਰੈਂਡ होगी तो मुंडा मुंडे का फ्रेंड होगा। जी, ये आपने बिल्कुल सही बोला। बट जैसे मेरा ये मानना है कि इवन कोई अगर नॉर्मल अप्रोच भी किसी को कर रहा है तो अप्रोच करते करते भी लोग बहुत अच्छे बेस्ट फ्रेंड्स भी बन जाते हैं। जरूरी नहीं है कि उन्होंने बॉयफ्रेंड गर्लफ्रेंड ही बनना है, बहुत अच्छे बेस्ट फ्रेंड्स बन जाते हैं क्योंकि चीज़ें कॉमन आ जाती हैं। क्योंकि हम जब हाय हेलो बोलते हैं, हम अपने आप को क्योंकि जैसे अगर मैं अपने आप को एज अ कनेडियन सोचूं या गोरा सोचूं तो मेरे दिमाग में कोई भी चीज़ नहीं आएगी। अभी मैंने उसको एज अ पर्सन हाय बोला है, वो एज अ पर्सन मुझे रिप्लाई करेगी, जिस हिसाब की मेरी पर्सनैलिटी होगी उस हिसाब की अगर उस पर्सनैलिटी को सूट करेगी तो हमारी फ्रेंडशिप अच्छी हो सकती है। मे बी अगर हम फ्रेंड्स बन जाएँ, फ्रेंड्स से अगर हाँ हमारे अंदर और भी कॉमन चीज़ें आ गई हैं, फीलिंग्स आ गई हैं, तो हम बॉयफ्रेंड गर्लफ्रेंड फिर शादी। पर जैसे हमारा जो अप्रोच सिस्टम है कि हम किस तरीके से एक लड़के या लड़की अप्रोच करते हैं, हमारा पहला ही गोल सीधा आ जाता है कि लड़के ने
गर्लफ्रेंड ही बनाना गर्लफ्रेंड ही बनाना है, बीच में कुछ है ही नहीं, मतलब फ्रेंड है या जो भी है, या सीधे शादी ही करनी है ना। तो ये चीज़ें हैं कि उसमें क्या क्या चीज़ें आ जाती हैं मतलब बीच में, जैसे पर्सनैलिटी हो गया, लुक्स, ये सब ਇਹ ਵੀ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ। ਜੇ ਮੈਂ ਨਾ ਤੁਹਾਨੂੰ ਇੱਥੇ ਇੱਕ ਐਗਜ਼ਾਮਪਲ ਦਿੰਦੀ ਹਾਂ ਗੋਰਿਆਂ ਦੀ, ਜਿੱਥੇ ਮੈਂ ਰਹਿੰਦੀ ਹਾਂ ਕੰਮ ਕਰਦੀ ਹਾਂ ਉੱਥੇ ਮਤਲਬ ਇੱਕ ਫਰੈਂਡ ਸਰਕਲ ਬਣ ਗਿਆ ਮੇਰੇ ਨਾਲ, ਕਲੀਗਸ ਨੇ। ਉਹ ਕੁੜੀ ਇੱਥੇ ਉਹਨੇ ਮੈਨੂੰ ਨਾ ਸਟੋਰੀ ਦੱਸੀ, ਲਾਈਕ ਕਹਿੰਦੇ ਵੀ ਮੇਰਾ ਬॉयਫ੍ਰੈਂਡ ਸੀਗਾ, ਬਹੁਤ ਵਧੀਆ ਸੀ ਕਹਿੰਦੀ ਉਹ ਪਹਿਲਾਂ, ਤੇ ਵਧੀਆ ਪੈਸੇ ਪੂਸੇ ਵਧੀਆ ਸੀ ਉਹਦੇ ਕੋਲੇ, ਗੱਡੀ ਸੀ, ਕਹਿੰਦੀ ਉਹ ਡਰੱਗ ਸਪਲਾਈ ਕਰਦਾ ਸੀਗਾ ਰਾਈਟ, ਬਹੁਤ ਵਧੀਆ ਕੰਮ ਸੀਗਾ ਉਹਦਾ, ਤੇ ਹਿੱਟ ਲਿਸਟ 'ਚ ਆ ਗਿਆ। ਚਾਹੇ ਜੋ ਵੀ ਆ, ਗੋਰਿਆਂ ਨੂੰ ਥੋੜਾ ਘੱਟ ਫਿਕਰ ਹੁੰਦਾ, ਆਪਣੇ ਪੰਜਾਬੀਆਂ ਨੂੰ ਥੋੜਾ ਜ਼ਿਆਦਾ ਡਰ ਹੁੰਦਾ ਪੁਲਿਸ ਦਾ ਵੀ, ਆਪਾਂ ਨੂੰ ਹੁੰਦਾ ਆਪਾਂ ਨੂੰ ਥਰੋ ਬੈਕ ਕਰ ਦੇਣਗੇ ਰਾਈਟ, ਡਿਪੋਰਟ ਕਰ ਸਭੀ ਕੋ ਰਹਿਤਾ ਹੈ, ਸਭ ਨੂੰ ਰਹਿੰਦਾ। ਆਪਾਂ ਇਦਾਂ ਦੇ ਰਿਸਕ ਨਹੀਂ ਲੈਂਦੇ, ਠੀਕ ਹੈ। ਆਪਾਂ 2 ਨੰਬਰ ਦਾ ਪੈਸਾ ਕਮਾਉਣ ਤੋਂ ਥੋੜਾ ਡਰਦੇ ਆ, ਆਪਾਂ ਥੋੜੀ ਜ਼ਿਆਦਾ ਮਿਹਨਤ ਕਰਦੇ ਆ ਰਾਈਟ, ਸ਼ੁਰੂਆਤ ਮੇਂ ਚਲੋ ਜੋ ਵੀ ਆ ਹਨਾ। ਤੇ ਉਹ ਬਹੁਤ ਫਰੈਂਕਲੀ ਦੱਸ ਰਹੀ ਸੀ ਕਿ ਮੇਰਾ ਬॉयਫ੍ਰੈਂਡ ਡਰੱਗ ਸਪਲਾਈ ਕਰਦਾ ਸੀਗਾ ਤੇ ਬਹੁਤ ਰਿਚ ਸੀ, ਸਾਡੀ ਬਹੁਤ ਵਧੀਆ ਬੌਂਡਿੰਗ ਸੀ, ਗਿਫਟ ਦਿੰਦਾ ਸੀਗਾ, ਮੈਨੂੰ ਲੈ ਕੇ ਜਾਂਦਾ ਸੀ, ਡੇਟ ਤੇ ਲੈ ਕੇ ਜਾਂਦਾ ਸੀਗਾ, ਮੇਰੇ ਪੇਰੈਂਟਸ ਘਰ ਆਉਂਦਾ ਸੀ, ਉਹਨਾਂ ਦੇ ਜਿਹੜੇ ਬॉयਫ੍ਰੈਂਡ ਨੇ ਘਰ ਨਾਰਮਲੀ ਪੇਰੈਂਟਸ ਨੂੰ ਮਿਲਦੇ ਆ, ਆਪਾਂ ਕਿੱਥੇ ਮਿਲਾ ਲਾਂਗੇ ਆਪਣੇ ਪੇਰੈਂਟਸ ਨੂੰ, ਸਾਡਾ ਜੀ ਬॉयਫ੍ਰੈਂਡ ਹੈ, ਚਲੋ ਜੀ ਤੂੰ ਵੀ ਘਰੋਂ ਨਿਕਲ, ਤੂੰ ਵੀ ਘਰੋਂ ਨਿਕਲ, ਠੀਕ ਹੈ, ਮੁੜ ਕੇ ਘਰੇ ਨਾ ਆਈ। ਤੇ ਉਹਨਾਂ ਦੇ ਦੰਦੇ ਆ। ਤੇ ਕਹਿੰਦੇ ਜਦੋਂ ਉਹਦਾ ਕੁਝ ਹੋਇਆ ਕੇਸ, ਜੋ ਵੀ ਵਟਐਵਰ ਜੋ ਵੀ ਹੋਇਆ, ਉਹਦਾ ਮੁੰਡੇ ਕੋਲੋਂ ਸਭ ਕੁਝ ਖਤਮ ਹੋ ਗਿਆ। ਚਲੋ ਮੁੰਡੇ ਕੰਮ ਤਾਂ ਕਰਨਾ ਹੀ ਕੀ ਸੀਗਾ, ਜਦ ਬੰਦਾ 2 ਨੰਬਰ ਦਾ ਕੰਮ ਕਰਦਾ ਸੀ, ਮਿਹਨਤ ਕਿੱਥੋਂ ਕਰੂਗਾ ਹਨਾ। ਤੇ ਕਹਿੰਦੀ ਮੈਂ ਛੱਡਤਾ, ਇਸ ਲਈ ਛੱਡਤਾ ਵੀ ਦੈਟਸ ਓਕੇ, ਹੁਣ ਤੂੰ ਕੁਝ ਨਹੀਂ ਹੈਗਾ, ਯੂ ਆਰ, ਤੇਰੇ ਕੋਲੇ ਕੁਝ ਨਹੀਂ ਹੈਗਾ ਤਾਂ ਤੂੰ ਵੀ ਮੇਰੇ ਲਈ ਕੁਝ ਨਹੀਂ ਹੈਗਾ, ਨਥਿੰਗ ਐਂਡ ਨਥਿੰਗ ਐਵਰੀਥਿੰਗ ਹਨਾ। ਤੇ ਮੈਨੂੰ ਉਹ ਚੀਜ਼ ਨਾ ਬੜੀ ਵਧੀਆ ਲੱਗੀ ਵੀ ਕਿੰਨੀ ਵਧੀਆ ਚੀਜ਼ ਹੈ ਇਹਨਾਂ ਦੀ, ਪੱਲੇ ਤੇਰੇ ਦਿਲਾਂ ਨਹੀਂ ਤੂੰ ਵੀ ਚੱਲ ਹਨਾ, ਠੀਕ ਆ ਗੁੱਡਿਆ। ਪਰ ਆਪਣੇ ਕੀ ਹੁੰਦਾ ਇੱਥੋਂ, ਜੇ ਆਪਾਂ ਦੇਖਦੇ ਹਾਂ ਆਪਣੇ, ਚਲੋ ਜੇ ਕੁੜੀ ਦੇਖ ਵੀ ਲਊਗੀ ਰਾਈਟ, ਆਪਾਂ ਜਿਹੜੇ ਲੋਕ ਆ ਨਾ, ਕੁੜੀਆਂ ਨੇ ਜਿਹੜੀਆਂ, ਜੇ ਮੈਂ ਸਾਡੇ ਤੇ ਲਾ ਕੇ ਚੱਲਾਂ ਵੀ ਬਹੁਤ ਇਮੋਸ਼ਨਲ ਆ, ਬਹੁਤ ਜ਼ਿਆਦਾ ਇਮੋਸ਼ਨਲ, ਜੇ ਕਿਸੇ ਨਾਲ ਬੌਂਡਿੰਗ ਹੋਊਗੀ ਤਾਂ ਮਤਲਬ ਹੋਊਗੀ ਹਨਾ। ਜੇ ਅੱਜ ਉਹਦੇ ਕੋਲੇ ਬੰਦੇ ਕੋਲੇ ਪੈਸਾ, ਆਪਣੀ ਸੋਚ ਕੀ ਆ, ਅੱਜ ਪੈਸਾ ਤਾਂ ਪੈਸਾ ਕੀ ਆਪਾਂ ਕਹਿੰਦੇ ਹੱਥਾਂ ਨਹੀਂ ਮੈਲ ਰਾਈਟ, ਵੀ ਹੈਗਾ ਅੱਜ ਨਹੀਂ ਹੈਗਾ ਕੱਲ ਨੂੰ ਆਜੂਗਾ ਬੰਦਾ, ਅੱਜ ਕੱਖ ਦਾ ਕੱਲ ਨੂੰ ਲੱਖ ਦਾ, ਜੇ ਕੱਲ ਨੂੰ ਲੱਖ ਦਾ ਤੇ ਅੱਜ ਕੱਖ ਦਾ, ਠੀਕ ਹੈ, ਕੁਝ ਵੀ ਹੋ ਸਕਦਾ ਬੰਦੇ ਦੀ ਲਾਈਫ 'ਚ, ਆਪਾਂ ਬਿਲੀਵ ਕਰਦੇ ਹਾਂ। ਬਟ ਉਹ ਲੋਕ ਕੀ ਕਰਦੇ ਨੇ, ਪ੍ਰੈਜ਼ੈਂਟ ਦੇਖਦੇ ਨੇ, ਅੱਜ ਹੈਗਾ ਕੱਲ ਨੂੰ ਨਹੀਂ ਹੈਗਾ ਤਾਂ ਚੱਲ ਤੂੰ ਵੀ ਚੱਲ, ਨਹੀਂ ਤਾਂ ਤੂੰ ਵੀ ਨਹੀਂ ਹਨਾ। ਤੇ ਆਪਾਂ ਨੇ ਇੱਥੇ ਕੀ ਹੁੰਦਾ ਹੈ, ਜਿੱਦਾਂ ਜੇ ਆਪਾਂ ਪਹਿਲਾਂ ਕੁੜੀ ਨੇ, ਮੰਨ ਲਓ ਆਪਾਂ ਕਹਿੰਦੇ ਹਾਂ ਕੁੜੀ ਨੇ ਜੀ ਪੈਸਾ ਦੇਖ ਲਿਆ, ਸਮਾਰਟ ਦੇਖ ਲਿਆ, ਮੁੰਡੇ ਦੀ ਪਰਸਨੈਲਿਟੀ ਦੇਖ ਲਈ ਹਨਾ, ਦੇਖ ਕੇ ਪਿੱਛੇ ਲੱਗ ਗਈ, ਜੇ ਉਹਦੇ ਨਾਲ ਉਹਦੀ ਬੌਂਡਿੰਗ ਹੋ ਗਈ, ਮੈਂ ਕਹਿੰਦੀ ਹਾਂ ਵੀ ਸੋਚੋ ਕੱਲ ਨੂੰ ਜੇ ਮਤਲਬ ਕਿ ਮੁੰਡੇ ਕੋਲ ਕੁਛ ਨਹੀਂ ਵੀ ਰਹਿੰਦਾ, ਕੁੜੀ ਉਹਦੇ ਪਿੱਛੇ ਲੱਗੀ ਹੋਈ ਹੈ, ਤਾਂ ਅਗਲੀ ਕਹੂਗੀ ਕੋਈ ਗੱਲ ਨਹੀਂ ਮੈਂ ਵੀ ਤਾਂ ਤੇਰਾ ਸਾਥ ਦਊਂਗੀ, ਜੇ ਤੂੰ ਮੈਨੂੰ ਉਸ ਟਾਈਮ ਤੇ ਹਨਾ ਇੰਨੇ ਸੋਹਣੇ ਦਿਨ ਦਿਖਾਏ ਤਾਂ ਤੇਰੇ ਮਾੜੇ ਟਾਈਮ 'ਚ ਮੈਂ ਤੇਰਾ ਸਾਥ ਦੇ ਸਕਦੀ ਹਾਂ ਰਾਈਟ। ਇੰਨਾ ਕੁ ਆਪਣੀ ਮੈਂ ਕਹਿੰਦੀ ਹਾਂ ਫਰਕ ਆਪਣੀ ਕम्युनिटी ਦਾ ਇਹ ਚੀਜ਼ ਦਾ। हाँ, किसी चीज़ में फ़ायदे भी बहुत ज़्यादा हैं कि एक वो अटैचमेंट रहती है, चाहे कैसे अटैचमेंट किसी भी तरह की सिचुएशन ਜਿਹੜੀ ਹੈ ਨਾ, ਇਹ ਚੀਜ਼ ਉਹ ਜਿਹੜੇ ਲੋਕ ਨੇ ਨਾ ਉਹਨਾਂ ਲਈ ਬੌਂਡਿੰਗ ਮਤਲਬ ਬਣਾਉਣਾ ਤੋੜਨਾ ਮੈਨੂੰ ਲੱਗਦਾ ਬਹੁਤ ਈਜ਼ੀ ਆ ਆਪਣੇ ਨਾਲੋਂ, ਆਪਾਂ ਇਮੋਸ਼ਨਲੀ ਅਟੈਚ ਹੋ ਜਾਂਦੇ ਆ एक बार किसी से ही है। जी जी। तो इन शुरुआत जब भी होती है, मतलब जैसे हम पहले बात कर रहे थे कि अभी क्या क्या चीज़ें मायने रख जाती है, चाहे लुक्स हो गए, पर्सनालिटी हो गई, बॉडी लैंग्वेज हो गई, वेल सेटल्ड लाइफ हो गई। तो नहीं मैं ਇੱਥੇ ਤੁਹਾਨੂੰ एग्जांपल देना ਚਾਹੂੰਗੀ ਵੀ ਕੁਝ ਕਹਿ ਨਹੀਂ ਸਕਦੀ ਮੈਂ ਇਸ ਚੀਜ਼ ਲਈ। ਮੈਂ ਕਈ ਐਵੇਂ ਦੀਆਂ ਜੋੜੀਆਂ ਕਹਿ ਲਓ ਦੇਖੀਆਂ ਨੇ ਹਨਾ, ਮੁੰਡਾ ਬਿਲਕੁਲ ਸੋਹਣਾ ਨਹੀਂ ਹੁੰਦਾ, ਚੱਲ ਪੈਸਾ ਹੁੰਦਾ, ਕਈ ਹੁੰਦੇ ਨੇ ਫਿਰ ਕੀ ਉੱਥੇ ਆਪਾਂ ਕੀ ਸੋਚਾਂਗੇ ਵੀ ਕੁੜੀ ਸਮਾਰਟ ਸੀ ਯਾਰ, ਕੁੜੀ ਨੇ ਆਪਦੀ ਫਿਊਚਰ ਦੇਖਿਆ, ਠੀਕ ਹੈ, ਪਲੈਨਿੰਗ ਨਾਲ ਚੱਲ ਪਈ ਅਗਲੀ। ਤੇ ਏਦਾਂ ਮੁੰਡਿਆਂ ਦੇ ਕੇਸ 'ਚ ਵੀ ਹੁੰਦਾ, ਬਹੁਤ ਮੁੰਡੇ ਨੇ ਜਿਹੜੇ ਬਹੁਤ ਰਿਚ ਕੁੜੀਆਂ ਨੂੰ ਵਿਆਹੇ ਹੁੰਦੇ ਨੇ, ਪਰ ਕੁੜੀਆਂ ਦੇ उनको नहीं कहते कुछ, उनको कहते हैं अच्छी गेम खेली, अच्छी गेम खेली। क्योंकि मेरे साथ मेरा एग्जांपल दूं, मेरे को अगर एक बार एक लड़की पसंद आई थी, तो एज अ लुक वाइज अगर जिस हिसाब से हम लोग मानते हैं कि भाई सोना चेहरा है, इतनी सुंदर, नैन नक्श बड़ी, कुछ ऐसा अगर उस मामले में बात करें ऐसा कुछ नहीं था, नॉर्मल थी, वो बहुत ही बढ़िया थी। बट मेरे को इसलिए अच्छी लगी बिकॉज जिस हिसाब की उसकी पर्सनैलिटी थी, जिस हिसाब की उसका सोच तरीका था, बोलने का तरीका था, मेरे को वो चीज़ बहुत भा गई है ना। तो ऐसे ही मतलब आपको या मे बी और जो लड़कियाँ होती हैं मेनली किन
चीज़ों को माइंड में रखती हैं? ਇਹ ਚੀਜ਼ ਮੈਨੂੰ ਲੱਗਦਾ Depend ਕਰਦਾ ਹੈ person to person ਹਾਂਜੀ ਪਰਸਨ ਟੂ ਪਰਸਨ ਡਿਪੈਂਡ ਕਰਦਾ, ਕੁੜੀ ਦੀ ਸੋਚ ਤੇ ਡਿਪੈਂਡ ਕਰਦਾ ਵੀ ਉਹ ਇੱਕ ਹੁੰਦਾ ਨਾ ਕੁੜੀ ਦੇ ਸ਼ੁਰੂ ਤੋਂ ਮਾਈਂਡ ਦੇ ਵਿੱਚ ਸੈੱਟ ਹੋਇਆ ਹੁੰਦਾ ਵੀ ਮੈਨੂੰ ਕਿੱਦਾਂ ਦਾ ਫਿਊਚਰ ਚਾਹੀਦਾ ਆਪਣਾ, ਹੈ ਨਾ। ਇੱਕ ਕਹੂਗੀ ਮੇਰਾ ਹਸਬੈਂਡ ਜੀ ਰਿਚ ਹੋਵੇ, ਬਾਕੀ ਤਾਂ मैं आप ही साम लूँ, करे केयर करे ना करे। जैसे आपने बताया था कि एजुकेशन सिस्टम जब हमारा इतना रिस्ट्रिक्टिव है कि एजुकेशन हमें यहाँ करवाई, ये भी यहीं पे करवाई, ये वाली चीज़ें भी हमसे यहीं पे ही करवाई, तो हम सोचते हैं कि यार हमारी सोचने की कैपेसिटी उतनी नहीं बढ़ कैपेसिटी। हाँ देखो ये चीज़ भी बहुत मैटर करती है दिगंबर, तुसीं मैनूं सही पॉइंट ते लैके आए। देखो जे अपनी कुड़ी एजुकेटेड है, ठीक है, ਉਹਦੇ ਮਾਈਂਡ ਦੇ ਵਿੱਚ ਗਰੀਡ ਘਟ ਜਾਂਦੀ ਹੈ, ਜਿੱਥੋਂ ਤੱਕ ਮੈਨੂੰ ਲੱਗਦਾ। ਅੱਛਾ, ਗਰੀਡ ਘਟ ਜੂਗੀ ਕਿਉਂ? ਉਹ ਸੋਚੂਗੀ ਵੀ ਮੈਂ ਖੁਦ ਵੀ ਕਰ ਸਕਦੀ ਹਾਂ, ਮਨੀ ਨਹੀਂ ਮੈਟਰ ਕਰੂਗੀ, ਉਹ ਮਨੀ ਮਾਈਂਡਡ ਨਹੀਂ ਹੋਊਗੀ ਮੈਨੂੰ ਲੱਗਦਾ। ਕਿਉਂ ਘਟ ਜੂਗੀ? ਉਹਨੂੰ ਪਤਾ ਵੀ ਕੰਮ ਹੈ, ਪੈਸਾ, ਮੈਂ ਖੁਦ ਇੰਡੀਪੈਂਡੈਂਟ ਰਹੀ ਹੈ ਹਮੇਸ਼ਾ ਸੇ, ਹਾਂ ਕਰ ਸਕਦੀ ਹਾਂ, ਉਹਦੇ ਲਈ ਪੈਸਾ ਨਹੀਂ ਮੈਟਰ ਕਰੂਗਾ। ਤੇ ਜਿਹੜੀ ਕੁੜੀ ਖੁਦ ਡਿਪੈਂਡੈਂਟ ਰਹੀ, ਬਚਪਨ ਸੇ ਲੈ ਕੇ ਐਜੂਕੇਸ਼ਨ में, ਉਹਨੇ ਉਹ ਪਤਾ ਕੀ ਸੋਚੂਗੀ ਵੀ ਜੇ ਮੈਨੂੰ ਮੇਰੇ ਘਰ 'ਚ ਬੜਾ ਸਟ੍ਰਿਕਟ ਰੱਖਿਆ ਗਿਆ ਤਾਂ ਮੈਨੂੰ ਹੁਣ ਵਧੀਆ ਘਰ ਚਾਹੀਦਾ ਜਿੱਥੇ ਮੇਰੀ ਚੱਲੇ, ਮੇਰਾ ਵਧੀਆ ਹੋਵੇ, ਸਾਰੀ ਪੂਰੀ ਟੌਰ ਟੱਪਾ ਪੂਰਾ ਵਧੀਆ ਹੋਵੇ। ਫਿਰ ਉਹ ਚੀਜ਼ ਨੂੰ ਉੱਦਾਂ ਲੈ ਕੇ ਚੱਲੂਗੀ। ਉਹਦੇ ਲਈ ਜਿਹੜੀ ਉਹਦੀ ਮਤਲਬ ਡਿਪੈਂਡੈਂਸ ਕਹਿ ਲਓ, ਠੀਕ ਹੈ, ਜਾਂ ਉਹਨੂੰ ਉਹਦੀ ਜਿਹੜੀ ਲਾਈਫ ਦਾ ਵੱਡਾ ਗੋਲ ਹੋਊਗਾ ਉਹ ਉਹਦਾ ਫਿਰ ਮਨੀ ਆ ਜਾਊਗੀ। जहाँ तक मुझे ऐसा लगता है कि जैसे फॉर एग्जांपल कोई लड़की है जिसकी एजुकेशन उतनी अच्छी नहीं गई जितनी आपकी गई, और आपकी एजुकेशन जैसे हुई, आपने अपने डिसीजन लेना शुरू करा, उस लड़की ने नहीं ले पाया वो डिसीजन, तो आगे सोचेगी, इतनी डिपेंडेंट हो रखी होगी वो घर पे, सोसाइटी पे, कि वो चाहती है कि आगे जो मेरी लाइफ हो वेल सेटल्ड टाइप की ही हो। अभी आपने किसी को पसंद भी करना है तो ज़रूरी नहीं कि वो लड़का आगे जाके मतलब बढ़िया ही होगा, हिट ही होगा। कुछ चीज़ों में अगर बिजनेस करेगा फ्लॉप होएगा, क्योंकि आपने अपनी एजुकेशन इतनी बढ़िया कर रखी है, आपको अपने पे भरोसा है कि आप कर लोगे, है ना। बट जो दूसरी है जिसने एजुकेटेड इतनी नहीं है, जिसके हर उस पड़ाव पे लोगों ने, उसके घर वालों ने वो दिया, उसे अपने अंडर ही रखा कि अगर जैसे कॉलेज गई तो भाई लेने गया, भाई ले छोड़ कर आया, तो आगे सोचेगी कि मेरे को ऐसी वेल सेटल्ड लाइफ मिल जाए जिसमें सब कुछ जो चल इजी, एवरीथिंग इजी। ऐसा बहुत चीज़ां ਹੁੰਦੀਆਂ ਦਿਗੰਬਰ, ਇਹ ਮੈਂ ਕਹਿੰਦੀ ਹਾਂ ਵੀ ਫੈਕਟ ਹੈ ਇਹ ਇੱਕ, ਹੈ ਨਾ। ਜੇ ਆਪਾਂ ਨੂੰ ਬਹੁਤ ਈਜ਼ੀ ਲੱਗਣ ਲੱਗ ਜਾਂਦਾ ਸਾਰਾ ਕੁਝ, ਫਿਰ ਨਾ ਔਖਾ ਹੁੰਦਾ ਕੁੜੀ ਨੂੰ ਖੁਦ ਸਾਰਾ ਕੁਝ ਕਰਨਾ। ਜਿਹਨੂੰ ਸ਼ੁਰੂ ਤੋਂ ਆਪਾਂ ਹੈਬਿਟ ਰੱਖਾਂਗੇ ਵੀ ਤੂੰ ਕਰ ਸਕਦੀ ਆ, ਜੇ ਆਪਾਂ ਉਹ ਚੀਜ਼ ਮੋਟੀਵੇਟ ਕਰਦੇ ਰਵਾਂਗੇ ਦੈਨ ਸ਼ੀ ਵਿਲ ਇਨਸਪਾਇਰ, ਇਸ ਚੀਜ਼ ਤੋਂ ਹੋਊਗੀ, ਖੁਦ ਕਰਨ ਦੀ ਕੋਸ਼ਿਸ਼ ਕਰੂਗੀ। ਜੇ ਨਹੀਂ ਕਰਾਂਗੇ ਫਿਰ ਉਹ ਸੋਚੂਗੀ ਵੀ ਮੈਨੂੰ ਵਧੀਆ। ਵੈਸੇ ਤਾਂ ਸਾਡੇ ਮੈਂ ਤੈਨੂੰ ਦੱਸਾਂ ਪੰਜਾਬ ਦੇ ਵਿੱਚ ਮੇਨ ਪੇਰੈਂਟਸ ਦਾ ਗੋਲ ਇਹੀ ਹੁੰਦਾ ਵੀ ਵਧੀਆ ਜੀ ਆਪਦੇ ਕੋਲੇ 4 ਕਿੱਲੇ ਤਾਂ 10 ਵਾਲਾ ਲੱਭ ਦੋ, 10 ਕਿੱਲੇ ਜ਼ਮੀਨ ਆ ਤਾਂ 20 ਵਾਲਾ ਲੱਭ ਦੋ, ਕੁੜੀ ਸਾਡੀ ਸੌਖੀ ਰਵੇ ਜੀ, ਕੁੜੀ ਸਾਡੀ ਅਮੀਰ ਘਰੇ ਜਾਵੇ ਜਿੱਥੇ ਉਹਨੂੰ ਕੋਈ ਔਖਾ ਨਾ ਹੋਵੇ। ਉਹਦੇ ਲਈ ਈਜ਼ੀਨੈਸ ਪੇਰੈਂट्स खुद ਲੱਭਦੇ ਆ, क्योंकि उन्होंने बचपन से ही ईजीनेस दिया, मतलब जाने के लिए ये नहीं कि आपने बस यूज़ करनी है या आप खुद एक्टिवा चला के जाओ या खुद बाइक चला के जाओ या खुद जो भी, बट हम ही छोड़ेंगे, हम ही लेकर आएंगे। लाइफ वहीं पे इजी कर दी उसके लिए, स्कूल लाइफ भी इजी कर दी, क्योंकि ज़्यादा डिफ़िकल्ट उसमें डाला ही नहीं माहौल में, क्योंकि CBSE बोर्ड बहुत डिफ़िकल्ट, पता नहीं सरकारी बोर्ड कैसा है पंजाबी में, वो भी डिफिकल्ट है कि नहीं वही तो है ना। उत्थों जिद्दां सरकारी बोर्ड आ ईजी आ, राइट, थोनू कोई टीचर्स का डर नहीं, कोई खास, जितों तक मैंने लगता कोई डिसिपलिन नहीं हैगा। हुण तो बहुत चेंजेस आ रही ने, जितों जो मेरा एक्सपीरियंस आ, उदों पंजाब बोर्ड दे अपने CBSE ਦੇ ਬੋਰਡ ਦੇ ਵਿੱਚ ਇਹੀ ਡਿਫਰੈਂਸ ਹੁੰਦਾ ਸੀਗਾ ਡਿਸਿਪਲਿਨ ਦਾ, ਕੋਐਡ ਦਾ। ਤੇ ਉੱਥੇ ਉਹ ਕੀ ਕਰਦੇ ਹੁੰਦੇ ਸੀ ਪੰਜਾਬ ਬੋਰਡ ਵਾਲੇ ਦੇ ਵਿੱਚ, ਸਭ ਤੋਂ ਵੱਡਾ ਮੇਨ ਜਿਹੜੀ ਚੀਜ਼ ਡਿਫਰੈਂਸ ਕ੍ਰੀਏਟ ਕਰਦਾ ਹੁੰਦੇ ਸੀ, ਕੁੜੀਆਂ ਤੇ ਮੁੰਡਿਆਂ ਨੂੰ ਅਲੱਗ, ਠੀਕ ਹੈ, ਉਹਨਾਂ ਦੀ ਬੌਂਡਿੰਗ ਨਹੀਂ ਹੋਣ ਦੇਣੀ, ਜੋ ਵੀ ਬੋਲੂਗਾ ਰੋਂਗ ਹੀ ਆ, ਵੀ ਉਹਨਾਂ ਦਾ ਰਿਲੇਸ਼ਨ ਇੱਕ ਫਰੈਂਡਸ ਵਾਲਾ ਨਹੀਂ ਹੋ ਸਕੂਗਾ, ਡਿਫਰੈਂਸ ਕ੍ਰੀਏਟ ਕਰਦੇ ਜਾਂਦੇ ਨੇ। ਤੇ ਉਹਨਾਂ ਦੀ ਐਜੂਕੇਸ਼ਨ ਉੱਦਾਂ ਦੀ ਈਜ਼ੀਨੈਸ ਜਿਹਦੇ ਵਿੱਚ ਪਾਤਾ, है ना, ਉਹਨਾਂ ਦੀ ਸੋਚ ਉੱਦਾਂ ਦੀ ਹੁੰਦੀ ਗਈ ਜੋ ਉਹਨਾਂ ਨੂੰ ਪੜ੍ਹਾਉਂਦੇ ਗਏ। क्योंकि जैसे मैं ICSE बोर्ड में था, हमारे अंदर इतने सारे प्रोजेक्ट्स होते थे करने के लिए कि हम साथ में जब बैठ कर करते थे, ग्रुप वो लगता है CBSE में भी होते थे, बट जब सरकारी में नहीं हुए तो वहाँ पे उनकी लाइफ ईजी, कॉलेज में ईजी, आगे उन्होंने सोचा चलो इसकी वेल सेटल्ड लाइफ है, इस लड़के की इसको इसके साथ ही शादी करवा देते, ईजी लाइफ। यहाँ तक मुझे थोड़ा लग रहा है कि मतलब इधर लड़की सोचती है इन टाइप की
लड़कियां थोड़ा दिमाग में फंक्शन आ जाता है फंक्शन कि थोड़ा वेल सेटल्ड लाइफ है, पैसा है, मेरे लिए बढ़िया है। हाँ, वो खुद एग्री कर चाहे वो लड़की किसी लड़के को पसंद भी करे वहाँ पे, है ना, कि भी नहीं बई मुंडे नाल सैटिंग आ, चलो ठीक है मैं तो दिल दियां गहराइयां तो प्यार कर दियां, बट जो पेरेंट्स ने ग्रीड लै ना, पेरेंट्स ने तेरी लाइफ, तेरा फ्यूचर, पैसा, मनी, गड्डी, एवरीथिंग है मुंडे कोल, फिर कहोगी चल जा यार तू, फिर कहंदे कुड़ी तो धोखेबाज आ। उत्थे पेरेंट्स क्रिएट कर दिंदे ने कुड़ी लई ईजीनेस क्रिएट, पहले से खुद ही क्रिएट करी हुई थी हम लोगों ने ही पेरेंट, और फिर जब उसकी इजी लाइफ रही, आगे जाके जब उसके बच्चे होते हैं वो वही चीज उसमें भी डाल देती है। बिल्कुल, तो ये सर्कल चला जा रहा है, सर्कल चल ही जाता है। ਉਹੀ ਇੱਕ ਕਲਚਰ ਕਮਿਊਨਿਟੀ ਦਾ ਡਿਫਰੈਂਸ ਆ ਗਿਆ ਇੱਥੇ। ਮੈਂ ਦੇਖਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸਟੋਰੀ ਦੱਸੀ ਆ, ਉਹ ਉੱਦਾਂ ਹੀ ਹੈ ਨਾ, ਇੱਕ ਕੁੜੀ ਗੋਰਿਆਂ ਦੇ ਹੈ ਨਾ ਪੇਰੈਂਟਸ ਨੇ, ਉਹਨਾਂ ਦੀਆਂ 2 ਕੁੜੀਆਂ ਰਾਈਟ, ਮੇਰੇ ਨਾਲ ਕੰਮ ਕਰਦੀ ਇੱਕ ਉਹਨਾਂ ਦੇ ਵਿੱਚੋਂ। ਉਹ ਕਹਿੰਦੀ ਮੇਰੇ ਪਾਪਾ ਨੇ ਮੈਨੂੰ ਬਹੁਤ ਈਜ਼ੀਲੀ ਕਿਹਾ ਤਾ ਕਿ ਤੁਸੀਂ ਮੂਵ ਹੋ ਜਾਓ ਦੋਨੇ ਭੈਣਾਂ, ਜਾਓ, ਮੈਨੂੰ ਤੇ ਤੇਰੇ ਮੰਮਾ ਨੂੰ ਆਪਣੀ ਪ੍ਰਾਈਵੇਸੀ ਲਾਈਫ ਚਾਹੀਦੀ ਆ, ਤੁਸੀਂ ਆਪਣਾ ਕਰੋ ਖਾਓ। ये चीज अपने इंडिया छू नहीं सकती कभी भी। हाँ, इसके खुद के भी अपने फायदे हैं या इसके खुद के नुकसान हैं, तो चलो अगले पॉडकास्ट कभी बैठेंगे किसी वो अलग टॉपिक आ जाता है कि इसके क्या नुकसान है ना, क्योंकि जिस हिसाब से हमारा, क्योंकि यहाँ पे भी मैंने देखा है जब हमारे शादी होती है हमारे देश में कहीं पे भी, तो कितने सारे लोग आते हैं, किनको भी हम कार्ड देते हैं कि तुम भी आना तुम भी आना। मैं एक जगह जानता हूँ, मेरा फ्रेंड काम करता था, उसके वहाँ पे उनके ओनर की शादी थी, उन्होंने अपने स्टोर के मैनेजर को भी नहीं बुलाया, और मैनेजर खुद कह रही है कि मैं उसकी फैमिली में थोड़ी आती हूँ, मतलब हमारे अगर इंडिया में कोई अगर ओनर भी है कहीं का, तो उनका मैनेजर क्या तो उसकी दुकान वाले भी सभी आएंगे। तो ये कल्चर थोड़ा डिफरेंस है, कल्चर चीज़ें बहुत बढ़िया भी है, एडवांटेज भी है, डिसएडवांटेज भी, वो तो हर जगह रहते हैं। बट जो अभी आपने बताया कि किस तरीके से वेल सेटल्ड की तरफ जाती हैं लड़कियाँ, उनकी माइंडसेट क्या रहती हैं, जो हमने पहले पॉडकास्ट में भी डिस्कस किया था कि एजुकेशन बहुत मायने रखती है ना। बस ये मुझे तो आज तक नहीं पता था कि ये चीज़ होती है, बट ठीक है आपसे सीख गए, थैंक यू। कि पता किसी को भी नहीं था, मेरे को आज तक नहीं पता था ये चीज़ों के बारे में, क्योंकि जब हम बात करते हैं तो नेचुरली ये एजुकेशन इम्पार्ट, आपने जितनी अपनी लाइफ एक्सपीरियंस सीखी आपने बताई, उससे लर्निंग तो है सब कुछ। जिद्दां जिद्दां अपनी ग्रोथ होंदी जाती है, जिद्दां दा आपां नूं माहौल मिलता जाता, जो आपां सब कुछ अपने आले दुआले तो सीखते जाते हैं, है ना। जिद्दां दा आपां सब तो पहला अपनी फैमिली दे विच ग्रो करना शुरू कर दिंदे हैं। सब तो पहला अपना पार्ट जो आपां नूं सिखाउंदा, लर्निंग अपनी कित्थों होंदी, अपने पेरेंट्स तो, अपने ग्रैंड पेरेंट्स तो। जे अपने ग्रैंड पेरेंट्स एक चीज़ नाल एग्री नहीं करनगे, जे अपने पेरेंट्स उत्थे अपना साथ देगे, राइट, अपने अंदर एक इंस्पिरेशन आऊगी, अपने लिए एक मोटिवेशन होगी भी, मेरे लिए कोई स्पोर्ट्स हैगा, ठीक है, वो चीज़ ग्रो कर दी जाऊगी। आपा फिर की होगा, आपां नूं थोड़ी हिम्मत मिलूगी, आप अपने पेरेंट्स नूं इंसिस्ट कर सके भी सानू चीज़ चाहिए, साडे लिए कर दो, तुसी मना लो उन्होंने। पापा नहीं मनणगे मम्मी नूं कह देवांगे, मम्मी नहीं मनणगे पापा नूं भी, कोई तो हुंदा ना जो सपोर्ट करदा जांदा। जिद्दां जिद्दां प्रैशर हर पॉइंट ते कुड़ियां नूं मुंडियां नूं सारे नूं मिलूगा, हर अपनी कम्यूनिटी दे विच ओहदा प्रैशर दा किद्दां उहनूं हैंडल करना, किद्दां कोप अप करना, ये अपनी फैमिली ते अपने ते डिपेंड करदा, जिथों तक मैनूं लगदा। बढ़िया, हाँ सही बोला आपने। बाकी काफ़ी चीज़ों के बारे में गहराइयों में चले गए, बात कर ली, और सबसे पहले थैंक यू बीरपाल आने का, क्योंकि ये बिल्कुल आउट ऑफ द ब्लू था। मैं सोचा था कि इसको शूट करें नहीं करें, अचानक से इनका मैसेज आया कि ये सिटी में ही है। मैंने कहा एक बार पूछ लूँ इनसे कि कर सकते हैं इस पर कि नहीं कर सकते, रेडी हैं कि नहीं है, क्योंकि अक्सर कोई रेडी होता नहीं, कैमरा शायद सभी होते हैं। मैंने एक से पूछा था इससे पहले, वो कैमरा शायद थी, नहीं मैं वो कैमरे का तो मुझे भी थोड़ा चक्कर है, बोलो। बट कॉन्फिडेंस की बात नहीं, पर मैनू बोलना बहुत वधिया लगता है ना, गल्लां जिद्दां कह दो है ना, मैनू जिद्दां अपने लाइफ एक्सपीरियंस जे शेयर करने होण दा मैं ऑलवेज रेडी हाँ, क्योंकि जो मैं देखा जो मैं सीखिया, मैनू लगदा भी यार मे बी कोई सुन लवे कुड़ी जिन्हों लगदा भी मैं मेरे पेरेंट्स नूं इदां चीट ना करो, यार मैं कहनी चीट ना करो, पेरेंट्स नूं चीट ना करो, मनणगे यार किसी पॉइंट ते जाके पेरेंट्स मनणगे, उन्होंने भी फील होगा, रिग्रेट होगा भी असी रॉन्ग हाँ, ठीक है, मे बी साडा बच्चा चाहता किते तो सोचणगे भी साडे बच्चे की ख्वाहिश आई है ना, जे अज असी पूरी करांगे तो
ਜੇ ਆਪਾਂ ਅੱਜ ਪੇਰੈਂਟਸ, ਸਾਡੇ ਪੇਰੈਂਟਸ ਮੰਨ ਲਓ ਮੇਰੇ ਮੰਮਾ ਨੇ ਅੱਜ ਤੱਕ ਮੇਰੇ ਲਾਈਫ ਡਿਸੀਜਨ ਜਿੰਨੇ ਵੀ ਨੇ ਰੋਂਗ ਨੇ ਰਾਈਟ ਨੇ, ਉਹਨਾਂ ਨੇ ਕਿਹਾ ਘਰ ਐਸ਼ ਕਰ, ਠੀਕ ਹੈ, ਘਰ ਆਪਣੇ ਡਿਸੀਜਨਸ ਲੈ, ਨੋ ਪ੍ਰੋਬਲਮ, ਲੈ ਡਿਸੀਜਨਸ ਰੋਂਗ ਵੀ ਹੁੰਦੇ ਆ, ਪਰ ਕੀ ਉੱਥੋਂ ਖੁਦ ਸਿੱਖ ਕੇ ਖੁਦ ਬੰਦਾ ਸਿੱਖ ਲਾਂਦਾ ਤੇ ਖੁਦ ਅੱਗੇ ਲਈ ਸਹੀ ਹੋ ਜਾਂਦਾ ਵੀ ठीक है। सही बात है, बिकॉज एजुकेशन बहुत ज़्यादा पावर दे देती है हमारे हाथ में। हाँ, बाकी जिन्होंने भी पॉडकास्ट सुना, काफ़ी कुछ जाना पहचाना, थैंक यू। थोड़ा भी कुछ प्रॉब्लम लगे बिल्कुल मैसेज कर देना कि हाँ ये चीज़ मेरे को सही नहीं लगी, मैं जिथे लगे रॉन्ग मैं भी यहाँ दस सकती हूँ, पर मैं सिर्फ अपने एक्सपीरियंस दसे। हाँ, ये देख सकती हैं, कमेंट्स भी देखेंगे, हम भी कमेंट में रिप्लाई जरूर कर देंगे कि ऐसा सा हुआ है जो भी है। बट एनीवे वेरी थैंक यू, आप लोगों ने सुना, और लाइक करना, कमेंट भी ज़रूर करना। मेन तो कमेंट ही है कि आप बताओ कि आपको क्या चीज़ नहीं पसंद आई, कि हाँ मैं इन चीज़ पे नहीं एग्री करता हूँ, तो उस पर भी हम कभी कुछ टॉपिक बना लेंगे, आपका नाम भी ज़रूर उसमें जिक्र कर लेंगे। बाकी थैंक यू सुनने के लिए, सब्सक्राइब कर देना यार जो भी है, बाकी इतना ही है। That's all. बाय, थैंक यू। थैंक यू।